ਆਪਣੇ ਹੱਕਾਂ ਲਈ ਧਰਨੇ ਤੇ ਬਹਿੰਦੀਆਂ ਤੇਰੇ ਵਾਂਗੂ ਚਾਰ ਪੈਸਿਆਂ ਲਈ ਲੱਚਰਤਾ ਕਰਦੀਆਂ ਨਹੀਂ। ਸਾਡੀਆਂ ਮਾਈਆਂ ਨੂੰ ਥੋੜਾ ਦੇਖ ਕੇ ਬੋਲੀ, ਤੇਰੇ ਵਰਗੀ ਦੀ 3-5 ਜਰਦੀਆਂ ਨਹੀਂ। ਆ ਕੰਗਣਾ ਕੁੰਗਣਾ ਨਾ ਬੀਬਾ ਸਾਡੇ ਕੜੇ ਦਾ ਮੁਕਾਬਲਾ ਕਰਦੀਆਂ ਨਹੀਂ, ਸਾਡੇ ਕੜੇ ਦਾ ਮੁਕਾਬਲਾ ਕਰਦੀਆਂ ਨਹੀਂ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ, ਦਲਜੀਤ ਦੋਸਾਂਝ ਤੇ ਪੰਜਾਬ ਦੀਆਂ 2-3 ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਦੋਸਤੋ, ਪੰਜਾਬੀ ਸਿੰਗਰ ਚਾਹੇ ਉਹ ਸਿੱਧੂ ਹੋਵੇ, ਦਲਜੀਤ ਹੋਵੇ ਜਾਂ ਕੋਈ ਹੋਰ, ਜੇ ਕੋਈ ਵੀ ਇਹ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਦੱਸ ਰਿਹਾ, ਚਾਹੇ ਬਾਲੀਵੁੱਡ ਦੇ ਵੱਡੇ ਸਿਤਾਰੇ ਹੀ ਕਿਉਂ ਨਾ ਹੋਣ, ਪੰਜਾਬੀ ਸਿੰਗਰ ਲਾਈਵ ਆ ਕੇ ਉਹਨਾਂ ਦੀ ਰੇਲ ਬਣਾ ਰਹੇ ਹਨ। ਤੇ ਦੋਸਤੋ, ਇਕੱਲੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਦੋਸਤੋ, ਦਲਜੀਤ ਨੇ ਹਾਲ ਹੀ 2 ਟਵੀਟ ਕੀਤੇ ਨੇ, ਦੂਜੇ ਪਾਸੇ ਕੰਗਣਾ ਨੇ ਵੀ 2 ਟਵੀਟ ਕੀਤੇ ਹਨ। ਇੱਕ ਦੂਜੇ ਨੂੰ ਰਿਪਲਾਈ ਤਾਂ ਨਹੀਂ, ਪਰ ਦੋਨੋਂ ਆਪਣੇ ਆਪ ਨੂੰ ਸਹੀ ਦੱਸਣ ਤੇ ਲੱਗੇ ਹਨ। ਦਲਜੀਤ ਨੇ ਪੋਸਟ ਪਾ ਕੇ ਕਿਹਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। कुछ लोग प्रोटेस्ट को हिंदू सिख की लड़ाई बनाने में लगे हुए हैं, जबकि बात सिर्फ किसानों की हो रही है। धर्म की बात तो है ही नहीं, कोई भी धर्म लड़ाई की बात नहीं करता, रब दा वास्ता। ते दोस्तों, ये ट्वीट रिप्लाई है पायल नूं। इस बॉलीवुड दी एक्ट्रेस ने लाइव आके दलजीत ते इल्जाम लगाया सी कि वो खालिस्तानी है। दलजीत तो पहला ही बाकी पंजाबी सिंगर जिवें कि सिद्धू, अमृतमान, हिमांशी, उन्हां ने ही लाइव आके सानू जवाब दे दिता सी, पर ਇਹ ਹਲੇ ਵੀ ਕਹਿ ਰਹੀ ਹੈ ਕਿ ਇਹ ਅੰਦੋਲਨ ਫਰਜ਼ੀ ਹੈ ਤੇ ਮੇਨ ਗੱਲ ਉਹ ਇਸ ਨੂੰ ਧਰਮ ਨਾਲ ਜੋੜ ਰਹੀ ਹੈ। ਦਲਜੀਤ ਨੇ ਵੀ ਅਗਲੀ ਪੋਸਟ ਪਾ ਕੇ ਕਿਹਾ, ਗੱਲ ਪਿਆਰ ਦੀ ਕਰੀਏ, ਧਰਮ ਕੋਈ ਵੀ ਲੜਾਈ ਨਹੀਂ ਸਿਖਾਉਂਦਾ। ਹਿੰਦੂ, ਸਿੱਖ, ਮੁਸਲਮ, ਈਸਾਈ, ਜੈਨੀ, ਬੋਧੀ ਸਭ ਭਰਾ ਨੇ ਇੱਕ ਦੂਜੇ ਦੇ। ਭਾਰਤ ਇਸ ਕਰਕੇ ਹੀ ਦੁਨੀਆ ਤੇ ਵੱਖਰਾ ਹੈ ਕਿਉਂਕਿ ਇੱਥੇ ਸਭ ਪਿਆਰ ਨਾਲ ਰਹਿੰਦੇ ਨੇ, ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ। ਤੇ ਦੋਸਤੋ, ਕੰਗਣਾ ਤੇ ਪਾਇਲ ਨੂੰ ਦਲਜੀਤ ਦੱਸਣਾ ਚਾਹੁੰਦਾ ਹੈ ਕਿ ਜੋ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ ਉਹ ਅੱਤਵਾਦੀ ਜਾਂ ਖਾਲਿਸਤਾਨੀ ਨਹੀਂ ਹਨ ਤੇ ਨਾ ਹੀ ਇਸ ਅੰਦੋਲਨ ਵਿੱਚ ਕੋਈ ਧਰਮ ਸੰਬੰਧੀ ਗੱਲਬਾਤ ਕੀਤੀ ਜਾ ਰਹੀ ਹੈ। ਦਿੱਲੀ ਵਿੱਚ ਹੋ ਰਹੇ ਇਸ ਕਿਸਾਨੀ ਅੰਦੋਲਨ ਦਾ ਸਿਰਫ ਤੇ ਸਿਰਫ ਇੱਕ ਹੀ ਮਕਸਦ ਹੈ, 3 ਬਿੱਲ ਜੋ ਹਾਲ ਹੀ ਪਾਸ ਹੋਏ ਹਨ ਉਹਨਾਂ ਨੂੰ ਰੱਦ ਕਰਵਾਉਣਾ। ਤੇ ਦੋਸਤੋ, ਦੂਜੇ ਪਾਸੇ ਕੰਗਣਾ ਰਣੌਤ ਨੇ ਵੀ ਆਪਣੀ ਸਫਾਈ ਵਿੱਚ 2 ਟਵੀਟ ਕੀਤੇ ਹਨ, ਜਿਨ੍ਹਾਂ ਵਿੱਚ ਉਹ ਇਹਨਾਂ ਬਿੱਲਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਦੱਸ ਰਹੀ ਹੈ। ਪਹਿਲੇ ਟਵੀਟ ਵਿੱਚ ਕੰਗਣਾ ਕਹਿ ਰਹੀ ਹੈ ਕਿ ਭਾਰਤ ਵਾਸੀਓ, ਉਹਨਾਂ ਨੂੰ ਜਿੱਤਣ ਦਾ ਮੌਕਾ ਨਾ ਦਿਓ ਜੋ ਤੁਹਾਨੂੰ ਹਰਾਉਣਾ ਚਾਹੁੰਦੇ ਨੇ। ਇਸ ਦੇਸ਼ ਦੇ ਹੋਰ ਟੁਕੜੇ ਕੁਝ ਕੁ ਲੋਕਾਂ ਨੂੰ ਫਾਇਦਾ ਦੇਣਗੇ, ਪਰ ਬਾਕੀ ਸਾਰਿਆਂ ਨੂੰ ਇਸ ਦਾ ਨੁਕਸਾਨ ਹੀ ਹੈ। ਇਕੱਠੇ ਹੋਵੋ ਤੇ ਆਪਣੇ ਦੁਸ਼ਮਣ ਨੂੰ ਪਹਿਚਾਣੋ, ਉਹਨਾਂ ਨੂੰ ਜਿੱਤਣ ਨਾ ਦਿਓ। ਤੇ ਅਗਲੇ ਟਵੀਟ ਵਿੱਚ ਕੰਗਣਾ ਨੇ ਲਿਖਿਆ ਕਿ ਕੁਝ ਲੋਕ ਦੇਸ਼ ਵਿੱਚ ਅਸ਼ਾਂਤੀ ਪੈਦਾ ਕਰ ਰਹੇ ਨੇ, ਇੰਟਰਨੈਸ਼ਨਲ ਲੈਵਲ ਤੇ ਇੰਡੀਆ ਦਾ ਵਪਾਰ ਖਤਮ ਕਰਨ ਤੇ ਲੰਬੇ ਸਮੇਂ ਤੋਂ ਲੱਗੇ ਨੇ। ਹਰੇਕ ਕੁਝ ਮਹੀਨਿਆਂ ਬਾਅਦ ਦੰਗੇ, ਹੜਤਾਲਾਂ ਤੇ ਵਿਰੋਧ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ। ਜੇ ਭਾਰਤ ਜ਼ਮੀਨ ਤੇ ਨਾਗਰਿਕਤਾ ਖੋਣ ਦੀਆਂ ਝੂਠੀਆਂ ਅਫਵਾਹਾਂ ਦਾ ਜਵਾਬ ਦਿੰਦਾ ਰਿਹਾ ਤਾਂ ਕੋਈ ਵੀ ਤਰੱਕੀ ਨਹੀਂ ਕਰ ਸਕਦਾ। ਇਹ ਸਟੇਟਮੈਂਟ ਕੰਗਣਾ ਨੇ BBC ਨਿਊਜ਼ ਦੀ ਇੱਕ ਪੋਸਟ ਨੂੰ ਸ਼ੇਅਰ ਕਰਦੇ ਹੋਏ ਦਿੱਤੀ। ਦੋਸਤੋ, ਇੱਥੇ ਕੰਗਣਾ ਇਹ ਕਹਿਣਾ ਚਾਹੁੰਦੀ ਹੈ ਕਿ ਬਿੱਲ ਲਾਗੂ ਹੋਣ ਤੋਂ ਬਾਅਦ ਤੁਹਾਡੀ ਜ਼ਮੀਨ ਅਬਾਨੀ ਉਡਾਨੀ ਕੋਈ ਨਹੀਂ ਖੋ ਰਿਹਾ ਤੇ ਜੇ ਤੁਸੀਂ ਇਦਾਂ ਹੀ ਅੰਦੋਲਨ ਕਰਦੇ ਰਹੇ ਕਿ ਸਾਡੀ ਜ਼ਮੀਨ ਚਲੀ ਜਾਊ ਤਾਂ ਕਦੇ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਹੁਣ ਕੰਗਣਾ ਨੂੰ ਕੌਣ ਸਮਝਾਵੇ ਕਿ ਉਹ ਸਿਰਫ ਵਿਚੋਲੀਏ, ਆੜਤੀਏ ਖਤਮ ਕਰਨ ਤੇ ਹੀ ਨਹੀਂ ਰੁਕੇ ਹੋਏ। ਉਹ ਇਸ ਤੋਂ ਬਾਅਦ ਲੀਜ਼ ਤੇ ਜ਼ਮੀਨਾਂ ਲੈਣਗੇ ਅਬਾਨੀ ਅਡਾਨੀ, ਜਿੱਥੇ ਕਿਸਾਨ ਆਪਣੇ ਹੀ ਖੇਤਾਂ ਵਿੱਚ ਮਜ਼ਦੂਰੀ ਕਰਨ ਜਾਇਆ ਕਰੇਗਾ। ਤੇ ਤੀਜੇ ਵਿੱਚ ਉਹਨਾਂ ਨੇ ਦਾਲ ਤੇ ਹੋਰਨਾਂ ਜ਼ਰੂਰੀ ਵਸਤੂਆਂ ਨੂੰ ਐਸੈਂਸ਼ੀਅਲ ਗੁੱਡ ਵਿੱਚੋਂ ਬਾਹਰ ਕੱਢ ਦਿੱਤਾ ਹੈ, ਜਿਸ ਦਾ ਮਤਲਬ ਹੁਣ ਦਾਲਾਂ ਤੇ ਹੋਰ ਚੀਜ਼ਾਂ ਲੋੜੀਂਦੀਆਂ ਵਸਤੂਆਂ ਵਿੱਚ ਨਹੀਂ ਰਹੀਆਂ। ਤੇ ਜੋ ਅੱਗੇ ਪਹਿਲਾਂ ਇਹਨਾਂ ਨੂੰ ਸਟਾਕ ਕਰਨਾ ਗੈਰ ਕਾਨੂੰਨੀ ਹੁੰਦਾ ਸੀ, ਉਸ ਦਾ ਕਾਨੂੰਨ ਬਣਾ ਦਿੱਤਾ ਗਿਆ ਕਿ ਤੁਸੀਂ ਜਿੰਨਾ ਮਰਜ਼ੀ ਸਟੋਰ ਕਰਕੇ ਰੱਖ ਸਕਦੇ ਹੋ। ਕੋਈ ਆਮ ਬੰਦਾ ਕਣਕ, ਦਾਲ ਜਾਂ ਕੋਈ ਵੀ ਹੋਰ ਲੰਮੇ ਸਮੇਂ ਤੱਕ ਸਟੋਰ ਕਰਕੇ ਰੱਖਣ ਦੀ ਸਮਰੱਥਾ ਉਹਨਾਂ ਕੋਲ ਨਹੀਂ ਹੈ। ਇਹ ਕਾਰਪੋਰੇਟ ਅੰਬਾਨੀ ਅਡਾਨੀ ਹੀ ਕਰ ਸਕਦੇ ਹਨ। ਬਸ ਮੁੱਕਦੀ ਗੱਲ ਹੈ ਕਿ ਅਸੀਂ ਇਹ ਬਿੱਲ ਨਹੀਂ ਚਾਹੁੰਦੇ ਜਿਹੜੇ ਕਿ ਯੂਰਪ ਦੇ ਦੇਸ਼ਾਂ ਵਿੱਚ ਵੀ ਫੇਲ ਹੋ ਚੁੱਕੇ ਨੇ। ਤੇ MSP ਸਰਕਾਰ ਬੋਲ ਕੇ ਕਹਿ ਰਹੀ ਹੈ ਕਿ ਅਸੀਂ MSP ਦੇਵਾਂਗੇ, ਸਾਨੂੰ ਰਿਟਰਨ ਵਿੱਚ ਚਾਹੀਦਾ। ਸਰਕਾਰ ਕਿਉਂ ਨਹੀਂ ਬਿੱਲ ਬਣਾ ਕੇ ਲਿਖ ਕੇ ਦਿੰਦੀ ਕਿ ਜੇ ਕੋਈ ਵੀ MSP ਤੋਂ ਘੱਟ ਰੇਟ ਤੇ ਅਨਾਜ ਖਰੀਦੂ ਉਸ ਨੂੰ ਜੇਲ੍ਹ ਹੋਊ। ਸਭ ਲੀਡਰ ਕਾਰਪੋਰੇਟਾਂ ਦੇ ਖਰੀਦੇ ਹੋਏ ਨੇ। ਬਿਹਾਰ ਵਿੱਚ ਫੇਲ ਕਾਨੂੰਨ ਹੁਣ ਪੰਜਾਬ ਵਿੱਚ ਲਾਗੂ ਕਰਨਾ ਚਾਹੁੰਦੇ ਹਨ। ਤੇ ਦੋਸਤੋ, ਇਸ ਤੋਂ ਬਾਅਦ ਬੇਸ਼ੱਕ ਬਾਲੀਵੁੱਡ ਸਟਾਰ ਕਿਸਾਨਾਂ ਦੇ ਹੱਕ ਵਿੱਚ ਨਹੀਂ ਬੋਲ ਰਹੇ ਤੇ ਨੈਸ਼ਨਲ ਮੀਡੀਆ ਤਾਂ ਉਦਾਂ ਹੀ ਕਿਸਾਨਾਂ ਨੂੰ ਗਲਤ ਨਜ਼ਰੀਏ ਨਾਲ ਦਿਖਾ ਰਿਹਾ ਹੈ, ਪਰ ਉੱਥੇ ਹੀ ਬਾਲੀਵੁੱਡ ਤੇ ਸਾਊਥ ਫਿਲਮਾਂ ਵਿੱਚ ਕੰਮ ਕਰਨ ਵਾਲੀ ਐਕਟਰੈਸ ਮਹਿਰੀਨ ਉਹ ਕਿਸਾਨਾਂ ਦੀ ਸਪੋਰਟ ਵਿੱਚ ਆਈ ਹੈ ਤੇ ਉਸਨੇ ਟਵਿੱਟਰ ਤੇ ਕਿਸਾਨਾਂ ਲਈ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਲਿਖਿਆ ਹੈ ਕਿ ਇਸ ਦੇ ਚਿਹਰੇ ਵੱਲ ਦੇਖੋ, ਇਹ ਅੱਤਵਾਦੀ ਨਹੀਂ ਹਨ, ਇਹ ਕਿਸਾਨ ਨੇ ਤੇ ਇਹ ਲੋਕ ਸਾਨੂੰ ਖਾਣਾ ਦਿੰਦੇ ਨੇ। ਆਪਣਾ ਦੇਸ਼ ਇਸ ਦਿਸ਼ਾ ਤੱਕ ਕਿਉਂ ਆ ਗਿਆ ਕਿ ਜੇ ਕੋਈ ਵੀ ਆਪਣੇ ਹੱਕਾਂ ਲਈ ਪ੍ਰੋਟੈਸਟ ਕਰ ਰਿਹਾ ਤਾਂ ਉਸ ਨੂੰ ਅੱਤਵਾਦੀ ਦਾ ਨਾਮ ਦੇ ਦਿੱਤਾ ਜਾਂਦਾ ਹੈ। ਕਿ ਜੋ ਕਿਸਾਨ ਟੈਕਸ ਪੇ ਕਰਦੇ ਨੇ ਕਿ ਉਹ ਆਪਣੇ ਹੱਕਾਂ ਲਈ ਆਵਾਜ਼ ਵੀ ਨਹੀਂ ਉਠਾ ਸਕਦੇ। ਕਿ ਇਹੀ ਦੇਸ਼ ਵਿੱਚ ਲੋਕਤੰਤਰ ਹੈ? ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਕਿਸਾਨਾਂ ਦੇ ਹੰਝੂ ਗੈਸ ਦੇ ਗੋਲੇ ਤੇ ਵਾਟਰ ਕੈਨਨ ਚਲਾਈਆਂ ਜਾ ਰਹੀਆਂ ਹਨ। ਇੱਥੇ ਦੇ ਵਸਨੀਕਾਂ ਨੂੰ ਹੀ ਅੱਤਵਾਦੀ ਕਿਹਾ ਜਾ ਰਿਹਾ ਹੈ। ਕਿ ਅਸੀਂ ਸੱਚਮੁੱਚ ਇੰਡੀਆ 'ਚ ਹੀ ਹਾਂ ਕਿ ਕਿਤੇ ਹੋਰ ਚਲੇ ਗਏ ਹਾਂ? ਪਹਿਲੀ ਐਕਟਰੈਸ ਹੈ ਮਹਿਰੀਨ, ਜਿਸ ਨੇ ਖੁੱਲ੍ਹ ਕੇ ਕਿਸਾਨਾਂ ਦੀ ਸਪੋਰਟ ਕੀਤੀ ਹੈ ਤੇ ਸਰਕਾਰ ਨੂੰ ਸਵਾਲ ਕੀਤਾ ਹੈ। ਨਹੀਂ ਤਾਂ ਕੁਝ ਲੋਕ ਚਮਚਾਗਿਰੀ ਕਰਨ ਤੇ ਲੱਗ ਜਾਂਦੇ ਹਨ, ਜਿਵੇਂ ਕਿ ਗੋਦੀ ਮੀਡੀਆ ਤੇ ਕੰਗਣਾ ਪਾਇਲ ਵਰਗੀਆਂ ਐਕਟਰੈਸ ਬਿਨਾਂ ਜਾਣਕਾਰੀ
ਜਾਣਕਾਰੀ ਇਕੱਤਰਿਤ ਕੀਤੇ ਹਰੇਕ ਵਿਸ਼ੇ ਤੇ ਆਪਣਾ ਭਾਸ਼ਣ ਦੇਣ ਲੱਗ ਜਾਣਗੀਆਂ। ਮੰਨਿਆ ਬੋਲਣ ਦਾ ਅਧਿਕਾਰ ਸਭ ਨੂੰ ਹੈ, ਪਰ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹੋ। ਤੇ ਜਿਹੜੇ ਲੋਕ ਕਹਿ ਰਹੇ ਹਨ ਕਿ ਭਾਰਤ ਦੇ ਨਾਗਰਿਕ ਨੂੰ ਬੋਲਣ ਦਾ ਅਧਿਕਾਰ ਹੈ, ਉਹ ਫਿਰ ਬੰਦ ਕਮਰੇ 'ਚ ਨਾ ਬੋਲਣ। ਕਿਸਾਨਾਂ ਨੂੰ ਤੁਸੀਂ ਅੱਤਵਾਦੀ ਕਹਿ ਰਹੇ ਹੋ, ਦਲਜੀਤ ਨੂੰ ਖਾਲਿਸਤਾਨੀ ਦੱਸ ਰਹੇ ਹੋ। ਇਹ ਗੱਲਾਂ ਫਿਰ ਦਿੱਲੀ ਜਾ ਕੇ ਕਹੋ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਲੋਕ ਧਰਨੇ ਤੇ ਬੈਠੇ ਨੇ। ਤੇ ਦੋਸਤੋ, ਇਹ ਤਾਂ ਐਕਟਰਸ ਮਹਿਰੀਨ ਦੀ ਪਹਿਲੀ ਪੋਸਟ ਸੀ, ਤੇ ਜਦੋਂ ਉਸ ਨੂੰ ਦਿੱਲੀ ਵਿੱਚ ਹੋ ਰਹੇ ਪ੍ਰਦਰਸ਼ਨ ਦੀ ਪੂਰੀ ਜਾਣਕਾਰੀ ਮਿਲੀ ਤਾਂ ਉਸਨੇ 2-3 ਪੋਸਟਾਂ ਹੋਰ ਕਿਸਾਨਾਂ ਦੇ ਹੱਕ ਵਿੱਚ ਪਾਈਆਂ, ਜਿਨ੍ਹਾਂ ਵਿੱਚ ਮਹਿਰੀਨ ਜੀ ਨੇ ਪੰਜਾਬੀ ਹਿੰਦੀ ਵਾਲੀਆਂ ਪੋਸਟਾਂ ਨੂੰ ਸ਼ੇਅਰ ਕੀਤਾ, ਜਿਨ੍ਹਾਂ ਵਿੱਚ ਲਿਖਿਆ ਹੈ ਕਿ ਮਾਂ ਤੇ ਜ਼ਮੀਨ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਜੈ ਜਵਾਨ ਤੇ ਜੈ ਕਿਸਾਨ ਤੁਸੀਂ ਆਪਸ ਵਿੱਚ ਹੀ ਲੜਾ ਦਿੱਤੇ। ਇਹਨਾਂ ਪੋਸਟਾਂ ਰਾਹੀਂ ਮਹਿਰੀਨ ਇਹੀ ਕਹਿਣਾ ਚਾਹੁੰਦੀ ਹੈ ਕਿ ਕਿਸਾਨ ਦੀ ਜ਼ਿੰਦਗੀ ਇੰਨੀ ਸਸਤੀ ਕਿਉਂ ਲੋਕਾਂ ਨੂੰ ਹੱਕ ਮੰਗਣ ਤੇ ਉਹਨਾਂ ਨੂੰ ਅੱਤਵਾਦੀ ਕਹਿ ਦਿੱਤਾ ਜਾਂਦਾ ਹੈ। ਤੇ ਲਾਸਟ ਵਿੱਚ ਉਸਨੇ ਕਿਹਾ ਕਿ ਉਹ ਵੀ ਕਿਸਾਨ ਦੀ ਬੇਟੀ ਹੈ। ਤੇ ਦੋਸਤੋ, ਦੂਜੇ ਪਾਸੇ ਹਿਮਾਂਸ਼ੀ ਖੁਰਾਨਾ ਉਹ ਵੀ ਰਾਤ ਲਾਈਵ ਆ ਕੇ ਕੰਗਣਾ ਪਾਇਲ ਤੇ ਬਾਕੀ ਬਾਲੀਵੁੱਡ ਸਟਾਰਾਂ ਨੂੰ ਬੋਲੀ ਕਿ ਪੰਜਾਬ ਦੇ ਤੁਸੀਂ ਲੋਕਡਾਊਨ ਵੇਲੇ ਵੀ ਸ਼ੂਟਿੰਗ ਕਰਨ ਆ ਜਾਂਦੇ ਸੀ, ਪਰ ਹੁਣ ਕਿਉਂ ਨਹੀਂ ਪੰਜਾਬ ਦੀ ਸਪੋਰਟ ਵਿੱਚ ਬੋਲ ਰਹੇ। ਮੈਂ ਟਵੀਟ ਕਰ ਰਹੀ ਹਾਂ, ਕੰਗਨਾ ਨੇ ਤਾਂ ਮੈਨੂੰ ਨਾਲ ਹੀ ਬਲੌਕ ਮਾਰਤਾ, ਕਿਉਂਕਿ ਮੈਂ ਇਹਨੂੰ ਕਿਹਾ ਸੀਗਾ ਕਿ ਜੇ ਕੋਈ ਕੱਲਾ ਇਨਸਾਨ ਆਪਣੀ Y+ ਸਿਕਿਉਰਿਟੀ ਦੀ ਡਿਮਾਂਡ ਕਰ ਸਕਦਾ ਹੈ ਤਾਂ ਇੱਕ ਆਮ ਇਨਸਾਨ ਆਪਣੀ ਬੇਸਿਕ ਰੋਟੀ ਦੀ ਡਿਮਾਂਡ ਕਿਉਂ ਨਹੀਂ ਕਰ ਸਕਦਾ? ਕਿਉਂਕਿ ਗਵਰਨਮੈਂਟ ਜਿਹੜੀ ਆ ਉਹ ਆਮ ਲੋਕਾਂ ਨੇ ਹੀ ਬਣਾਈ ਆ। ਕੰਗਨਾ ਦੇ ਇਕੱਲੇ ਇੱਕ ਵੋਟ ਨਾਲ ਗਵਰਨਮੈਂਟ ਨਹੀਂ ਬਣ ਗਈ ਸੀ, ਔਰ ਪਤਾ ਨਹੀਂ ਉਹਨੇ ਦਿੱਤੀ ਵੀ ਹੋਣੀ ਵੋਟ ਜਾਂ ਨਹੀਂ ਦਿੱਤੀ ਹੋਣੀ, ਕਿਹਨੇ ਦੇਖਿਆ। ਸੋ ਅਗਰ ਇੰਨੇ ਜਾਣੇ ਲੋਕਾਂ ਨੇ ਮਿਲ ਕੇ ਗਵਰਨਮੈਂਟ ਬਣਾਈ ਆ ਤਾਂ ਲੋਕਾਂ ਕਰਕੇ ਗਵਰਨਮੈਂਟ ਹੁੰਦੀ ਹੈ। ਸੋ ਰਾਈਟ ਲੈਣਾ ਸਾਡਾ ਫਰਜ਼ ਬਣਦਾ ਹੈ। ਤੁਸੀਂ ਅਮਰੀਕਾ ਵਰਗੇ ਦੇਸ਼ਾਂ 'ਚ ਦੇਖ ਲਓ ਕਿ ਬਹੁਤ ਸਾਰੇ ਸਿਲੈਬਸ ਸੀਗੇ। ਜਦੋਂ ਡੋਨਲਡ ਟਰੰਪ ਜਿੱਤਿਆ ਸੀਗਾ ਉਦੋਂ ਬਹੁਤ ਸਾਰੇ ਲੋਕਾਂ ਨੇ ਆਪਣੀ ਨਾਪਸੰਦਗੀ ਜਤਾਈ ਸੀਗੀ, ਔਰ ਬਹੁਤ ਸਾਰੇ ਸਿਲੈਬਸ ਨੇ ਓਪਨਲੀ ਟਵੀਟ ਕੀਤਾ ਸੀ, ਓਪਨਲੀ ਪੋਸਟ ਕੀਤਾ ਸੀਗਾ। ਔਰ ਇਹ ਇੱਕ ਬੇਸਿਕ ਰਾਈਟ ਹੈ, ਰਾਈਟ ਟੂ ਸਪੀਕ ਹਰ ਇਨਸਾਨ ਨੂੰ ਹੈਗਾ। ਇੱਥੇ ਗਵਰਨਮੈਂਟ ਦੇ ਅਗੇਂਸਟ ਬੋਲ ਦੋ ਤਾਂ ਜਾਂ ਤਾਂ ਤੁਹਾਡੇ ਪੇਜ ਉੱਡ ਜਾਂਦੇ ਨੇ, PR ਐਕਟਿਵ ਹੋ ਜਾਂਦੀ ਆ, ਜਾਂ ਤੁਹਾਨੂੰ ਮਾਰ ਕੁਟਾਈ ਹੋ ਜਾਂਦੀ ਆ, ਲਾਠੀ ਚਾਰਜ ਹੋ ਜਾਂਦਾ ਆ। ਸੋ ਇੱਥੇ ਰਾਈਟ ਟੂ ਸਪੀਚ ਸੰਵਿਧਾਨ 'ਚ ਹੈਗਾ ਆ, ਬਟ ਆਈ ਡੋਂਟ ਥਿੰਕ ਸੋ ਕਿ ਰਿਐਲਿਟੀ ਦੇ ਵਿੱਚ ਹੈਗਾ ਕਿ ਨਹੀਂ ਹੈਗਾ। ਬੋਲਣ ਨਹੀਂ ਦਿੰਦੇ, ਬਟ ਬਹੁਤ ਪ੍ਰਾਊਡਲੀ ਸਾਰੇ ਸਿੰਗਰ, ਸਾਰੇ ਜਿੰਨੇ ਵੀ ਹੈਗੇ ਨੇ, ਸਾਰੇ ਲੋਕ ਉਸ ਚੀਜ਼ ਦੇ ਵਿੱਚ ਸ਼ਾਮਿਲ ਹੋ ਰਹੇ ਆ। ਬਹੁਤ ਖੁਸ਼ੀ ਹੋ ਰਹੀ ਹੈ ਦੇਖ ਕੇ ਜਦੋਂ ਆਪਣਾ ਹੱਕ ਲੈਣ ਤੇ ਆਉਂਦੇ ਨੇ ਤਾਂ ਸਾਰੇ ਹੱਕ ਲੈ ਕੇ ਹੀ ਮੁੜਨਗੇ। ਔਰ ਮੈਂ ਪ੍ਰੇ ਵੀ ਕਰਦੀ ਹਾਂ ਔਰ ਪਿੱਛੇ ਨਹੀਂ ਹਟਣਾ। ਆ ਜੋ ਵੀ 1-2 ਥੋੜ੍ਹੇ ਬਹੁਤ ਪੜਾਅ ਆ ਰਹੇ ਨੇ, ਪੜਾਅ ਵੀ ਕਾਹਦੇ ਨੇ, ਐਵੇਂ ਵਿੱਚ ਬਕਵਾਸ ਕਰਨ ਆਉਂਦੇ ਨੇ, ਇਹਨਾਂ ਨੂੰ ਧਿਆਨ ਦੇਣਾ ਹੀ ਨਹੀਂ ਚਾਹੀਦਾ। ਤੇ ਜਦੋਂ ਫਿਲਮਾਂ ਦੇ ਵਿੱਚ ਤਾਂ ਬੜਾ ਦਿਖਾਉਂਦੇ ਆ ਪੰਜਾਬੀ ਖੁੱਲੇ ਦਿਲ ਦੇ, ਪੰਜਾਬੀ ਬੱਲੇ ਬੱਲੇ, ਪੰਜਾਬੀ ਇਹ, ਪੰਜਾਬੀ ਉਹ। ਫਿਲਮਾਂ ਸ਼ੂਟ ਕਰਨ ਆਣੀਆਂ ਤਾਂ ਲੋਕਡਾਊਨ ਦੇ ਵਿੱਚ ਪੂਰਾ ਪੰਜਾਬ ਓਪਨ ਸੀ, ਹੱਸ ਕੇ ਵੈਲਕਮ ਕਰਦੇ, ਗਾਣੇ ਪੰਜਾਬੀ ਚੱਲਦੇ ਆ। ਤੇ ਜਦੋਂ ਹੱਕ ਲੈਣ ਤੇ ਆਏ ਤਾਂ ਜਦੋਂ ਕੁਛ ਹੋ ਗਿਆ ਤਾਂ ਟੈਰਰਿਸਟ, ਖਾਲਿਸਤਾਨੀ, ਉਹਨਾਂ ਨੂੰ ਬਖੂਬੀ ਪਤਾ ਹੈ ਕਿ ਇਹੀ ਪੰਜਾਬੀਆਂ ਦਾ ਇੱਕ ਸੈਂਸਿਟਿਵ ਮੁੱਦਾ ਹੈ ਜਿਹਨੂੰ ਬਾਰ-ਬਾਰ ਬੋਲਿਆ ਜਾਵੇ, ਬਾਰ-ਬਾਰ ਉਹ ਕੀਤਾ ਜਾਵੇ। ਸੋ ਜਾਣ ਬੁੱਝ ਕੇ ਉਹ ਚੀਜ਼ ਨੂੰ ਹਾਈਲਾਈਟ ਕਰ ਰਹੇ ਨੇ। ਕੋਈ ਫਾਇਦਾ ਨਹੀਂ ਇਹਨਾਂ ਨੂੰ ਪ੍ਰੋਪਰ ਉਹ ਕਰਨ ਦਾ। ਤੇ ਜਿਹੜੇ ਕਹਿ ਰਹੇ ਨੇ ਕਿ ਬਿੱਲ ਪੰਜਾਬੀ ਆ ਜਾਂਦੇ ਆ ਫੇਕ ਵਿਊਜ਼ ਲੈ ਕੇ, ਬਿੱਲਾਂ ਦੀ ਨੌਲੇਜ ਨਹੀਂ ਹੈਗੀ, ਬਿੱਲ ਕਿਸਾਨਾਂ ਦੇ ਫਾਇਦੇ 'ਚ ਆ। ਮੈਂ ਕਿਸਾਨ ਫੈਮਿਲੀ ਤੋਂ ਨਹੀਂ ਹੈਗੀ, ਬਹੁਤ ਸਾਰੇ ਸਿਲੈਬਸ ਨਹੀਂ ਹੈਗੇ ਜਿਹੜੇ ਖੜੇ ਨੇ, ਬਟ ਜਿਹੜੇ ਸੜਕਾਂ ਤੇ ਗਏ ਉਹ ਪਾਗਲ ਆਪਣਾ ਘਰ-ਬਾਰ ਛੱਡ ਕੇ। ਕਿਸੇ ਨੂੰ ਕੀ ਪਈ ਆ ਟਰੈਕਟਰ ਟਰਾਲੀਆਂ ਠੰਡ ਦੇ ਵਿੱਚ। ਤੇ ਦੋਸਤੋ, ਜੇਕਰ ਤੁਸੀਂ ਵੀ ਆਪਣੀ ਵੀਡੀਓ ਜਾਂ ਨਿਊਜ਼ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰam ਅਕਾਊਂਟ ਤੇ ਭੇਜ ਸਕਦੇ ਹੋ। ਤੇ ਦੋਸਤੋ, ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।